ਰਤਨਾਗਿਰੀ ਦੇ ਰਾਮਪੁਰ ਪਿੰਡ ਵਿੱਚ ਇੱਕ ਸੂਰਜਭਾਨ ਨਾਮ ਦਾ ਸੇਠ ਰਹਿੰਦਾ ਹੈਗਾ। ਉਹਦੇ ਕੋਲ ਮਹਿਲ ਜੀਵਾ ਮਕਾਨ ਹੈਗਾ, ਬੜਾ ਬਗੀਚੇ, ਢੇਰ ਸਾਰੇ ਜਾਨਵਰ ਔਰ ਕਈ ਏਕੜ ਜ਼ਮੀਨ ਹੈਗੀ। ਉਹਨਾਂ ਦੀ ਦੇਖਭਾਲ ਦੇ ਲਈ ਕਈ ਨੌਕਰ ਚਾਕਰ ਵੀ ਹੈਗੇ। ਸੂਰਜਭਾਨ ਬੜਾ ਹੀ ਕੰਜੂਸ ਬੰਦਾ ਹੈਗਾ। ਉਹ ਆਪਣੇ ਨੌਕਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਕਠੋਰ ਕੰਮ ਕਰਾਂਦਾ ਸੀ। ਅੱਜ ਸਾਰਿਆਂ ਨੂੰ ਤਨਖਾਹ ਦੇਣ ਦਾ ਦਿਨ ਹੈਗਾ। ਮੁੰਸ਼ੀ ਜੀ, ਸਾਡੇ ਘਰ ਤੇ ਅੰਬ ਬਗੀਚੇ ਖੇਤਾਂ 'ਚ ਕਿੰਨੇ ਮਜ਼ਦੂਰ ਕੰਮ ਕਰਦੇ ਐ? 100 ਮਜ਼ਦੂਰ ਕੰਮ ਕਰਦੇ ਐ ਸਰਕਾਰ। ਰਾਤੀ ਆਪਣੇ ਮਹਿਲ ਜੀਵੇ ਘਰ ਵਿੱਚ ਸੂਰਜਭਾਨ ਗਹਿਰੀ ਸੋਚ ਵਿੱਚ ਹੈਗਾ। ਇੰਨੀ ਗਹਿਰੀ ਸੋਚ ਵਿੱਚ ਕਿੱਥੇ ਖੋਏ ਹੋਏ ਹੋ ਤੁਸੀਂ? ਮੈਂ ਸੋਚ ਰਿਹਾ ਕਿ ਹਰ ਮਹੀਨੇ 100 ਨੌਕਰਾਂ ਨੂੰ ਤਨਖਾਹ ਦੇਣੀ ਪੈਂਦੀ ਹੈ। ਅਗਰ ਇਸ ਮਹੀਨੇ 90 ਨੌਕਰਾਂ ਨੂੰ ਕੱਢ ਦਵਾਂ ਤੇ ਅਗਲੇ ਮਹੀਨੇ ਮੈਨੂੰ ਸਿਰਫ 10 ਨੌਕਰਾਂ ਨੂੰ ਹੀ ਤਨਖਾਹ ਦੇਣੀ ਪਊਗੀ। ਮੇਰਾ ਕਿੰਨਾ ਸਾਰਾ ਪੈਸਾ ਬਚ ਜਾਏਗਾ। ਪਰ ਉਹ 90 ਨੌਕਰਾਂ ਦਾ ਕੰਮ ਕੌਣ ਕਰੂਗਾ? ਬਾਕੀ ਬਚੇ 10 ਨੌਕਰਾਂ ਤੋਂ ਹੀ ਸਾਰਾ ਕੰਮ ਕਰਵਾਵਾਂਗਾ। ਕੰਜੂਸ ਪਤੀ ਦੀ ਗੱਲ ਮਾਇਆ ਨੂੰ ਪਸੰਦ ਨਹੀਂ ਆਉਂਦੀ ਹੈਗੀ, ਪਰ ਉਹ ਆਪਣੇ ਪਤੀ ਨੂੰ ਕੁਝ ਕਹਿਣ ਦੀ ਹਿੰਮਤ ਵੀ ਨਹੀਂ ਜੁਟਾ ਪਾਉਂਦੀ ਹੈ। ਦੂਜੇ ਹੀ ਦਿਨ ਕੰਜੂਸ ਸੂਰਜਭਾਨ ਨੇ ਆਪਣੇ ਮੁੰਸ਼ੀ ਨੂੰ ਫਰਮਾਨ ਦੇ ਦਿੱਤਾ, ਮੁੰਸ਼ੀ ਜੀ, ਅੱਜ ਸਾਡੇ 100 ਨੌਕਰਾਂ ਵਿੱਚੋਂ 90 ਨੌਕਰਾਂ ਨੂੰ ਕੱਢ ਦਿਓ। ਸਰਕਾਰ, 90 ਨੌਕਰਾਂ ਨੂੰ ਕੱਢ ਤਾਂ ਦੇਵਾਂਗੇ, ਮਗਰ ਉਹ 90 ਨੌਕਰਾਂ ਦਾ ਕੰਮ ਕੌਣ ਕਰੇਗਾ? ਬਾਕੀ ਬਚੇ 10 ਨੌਕਰਾਂ ਤੋਂ ਹੀ ਕੰਮ ਕਰਵਾ ਲਵਾਂਗੇ। ਠੀਕ ਹੈ ਸਰਕਾਰ। ਔਰ ਹਾਂ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਮੈਂ ਕਰੋੜਪਤੀ ਬਣ ਗਿਆ ਵਾਂ, ਸਾਡੇ ਗੁਰੂ ਜੀ ਕੱਲ ਘਰ ਪਧਾਰ ਰਹੇ ਨੇ। ਉਹਨਾਂ ਦੀ ਮਹਿਮਾਨ ਨਵਾਜ਼ੀ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਜੀ ਸਰਕਾਰ। ਦੂਜੇ ਹੀ ਦਿਨ ਪਰਮ ਪੂਜ ਗੁਰੂ ਜੀ ਮਹਾਰਾਜ ਸੂਰਜਭਾਨ ਦੇ ਘਰ ਆਉਂਦੇ ਆ। ਤਦੋਂ ਉਹਨਾਂ ਦਾ ਫੂਲੋਂ ਤੋਂ ਸਵਾਗਤ ਕੀਤਾ ਜਾਂਦਾ ਹੈ। ਗੁਰੂ ਜੀ ਦੀ ਜੈ ਹੋ। ਪਧਾਰੀਏ ਗੁਰੂ ਜੀ, ਤੁਹਾਡਾ ਸਵਾਗਤ ਹੈ। ਜਿੰਦਾ ਰਹਿ ਪੁੱਤਰ, ਜਿੰਦਾ ਰਹਿ। ਫਿਰ ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸੂਰਜਭਾਨ ਗੁਰੂ ਜੀ ਨੂੰ ਸਿੰਘਾਸਨ ਤੇ ਬਿਠਾਉਂਦਾ ਹੈ। ਖੁਦ ਉਹਨਾਂ ਦੇ ਚਰਨਾਂ 'ਚ ਬੈਠ ਜਾਂਦਾ ਹੈ। ਦੱਸ ਸੂਰਜਭਾਨ, ਤੇਰਾ ਕਾਰੋਬਾਰ ਕਿਸ ਤਰ੍ਹਾਂ ਚੱਲਦਾ ਪਿਆ ਹੈ? ਤੁਹਾਡੀ ਕਿਰਪਾ ਨਾਲ ਸਭ ਕੁਸ਼ਲ ਮੰਗਲ ਹੈ ਗੁਰੂ ਜੀ। ਇਹ ਤਾਂ ਵਧੀਆ ਹੈ, ਪਰ ਅੱਜ ਨੌਕਰ ਕੁਝ ਕਮ ਦਿਖਾਈ ਦਿੰਦੇ ਪਏ। ਐਸਾ ਕਿਉਂ ਸੂਰਜਭਾਨ? ਗੁਰੂ ਜੀ ਦੇ ਇਹ ਸਵਾਲ ਕਰਨ ਤੇ ਸੂਰਜਭਾਨ ਨੇ ਆਪਣੇ 90 ਨੌਕਰਾਂ ਨੂੰ ਕੱਢ ਕੇ ਢੇਰ ਸਾਰਾ ਰੁਪਏ ਬਚਾਣੇ ਦੀ ਕੋਸ਼ਿਸ਼ ਕੀਤੀ। ਇਹ ਗੱਲ ਸੁਣकर ਗੁਰੂ ਜੀ ਥੋੜੇ ਚਿੰਤਿਤ ਹੋ ਜਾਂਦੇ ਨੇ। ਉਹ ਤਾਂ ਵਧੀਆ ਹੈ, ਇਹ 10 ਕਿ 10 ਬੰਦੇ ਕਿਸ ਤਰ੍ਹਾਂ 100 ਬੰਦਿਆਂ ਦਾ ਕੰਮ ਕਰਾਂਗੇ? ਜਦੋਂ ਤੱਕ ਤੁਹਾਡੀ ਕਿਰਪਾ ਮੇਰੇ ਤੇ ਬਰਸਦੀ ਰਹੇਗੀ, ਉਦੋਂ ਤੱਕ ਮੇਰਾ ਕੋਈ ਵੀ ਕੰਮ ਨਹੀਂ ਰੁਕਣ ਵਾਲਾ ਗੁਰੂ ਜੀ। ਇਹ ਗੱਲ ਸੁਣकर ਗੁਰੂ ਜੀ ਖੁਸ਼ ਹੋ ਜਾਂਦੇ ਨੇ ਔਰ ਆਪਣੀ ਦਿਵਯ ਸ਼ਕਤੀ ਦੇ ਨਾਲ ਇੱਕ ਜੜੀ ਬੂਟੀ ਉਤਪੰਨ ਕੀਤੀ। ਇਹਲੇ ਭਗਤੇ, ਅੱਜ ਮੇਰੀ ਹੋਰ ਤੋਂ ਇੱਕ ਅਦਭੁਤ ਜੜੀ ਬੂਟੀ ਤੈਨੂੰ ਅਰਪਣ ਕਰਦਾ ਹਾਂ। ਇਹ ਜੜੀ ਬੂਟੀ ਆਪਣੇ ਨੌਕਰਾਂ ਨੂੰ ਤੂੰ ਖਿਲਾ ਦੇਈਂ, ਫਿਰ ਉਹ 10 ਬੰਦੇ 100 ਬੰਦਿਆਂ ਦਾ ਕੰਮ ਬੜੇ ਆਰਾਮ ਨਾਲ ਕਰਾਂਗੇ। ਗੁਰੂ ਜੀ ਦੀ ਜੈ ਹੋ। ਗਜ਼ਬ ਹੋ ਗਿਆ ਸੇਠ ਜੀ, ਗੁਰੂ ਜੀ ਦੀ ਬੂਟੀ ਖਾਂਦੇ ਹੀ ਮਜ਼ਦੂਰਾਂ ਦਾ ਬਲ ਹਾਥੀ ਜਿੰਨਾ ਹੋ ਗਿਆ ਹੈ। ਸੇਠ ਜੀ ਸਾਰੇ ਕੰਮ ਬੜੀ ਆਸਾਨੀ ਨਾਲ ਕਰ ਰਹੇ ਹੈ। ਸੁਣਦੇ ਹੋ ਜੀ, ਹੁਣ ਕੀ ਸੋਚਦੇ ਹੋ ਤੁਸੀਂ? ਇਹੀ ਕਿ ਜਦੋਂ ਗੁਰੂ ਜੀ ਦੀ ਜੜੀ ਬੂਟੀ ਖਾ ਕਰ 100 ਆਦਮੀਆਂ ਦਾ ਕੰਮ 10 ਆਦਮੀ ਕਰ ਸਕਦੇ ਹੈ, ਉਦਾਂ ਹੀ ਜੜੀ ਬੂਟੀ ਖਾ ਕਰ ਇੱਕ ਆਦਮੀ ਵੀ 100 ਆਦਮੀਆਂ ਦਾ ਕੰਮ ਕਰ ਸਕਦਾ ਹੈ। ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਕੱਲ ਹੀ ਗੁਰੂ ਜੀ ਦੇ ਕੋਲ ਜਾकर ਉਹਨਾਂ ਕੋਲੋਂ ਦਿਵਯ ਜੜੀ ਬੂਟੀ ਮੰਗਾਂਗਾ ਔਰ ਏਦਾਂ ਦੀ ਜੜੀ ਬੂਟੀ ਮੰਗਾਂਗਾ ਕਿ ਉਹਨੂੰ ਖਾਣ ਵਾਲਾ ਇੱਕੋ ਹੀ ਬੰਦਾ 100 ਬੰਦਿਆਂ ਦਾ ਕੰਮ ਕਰੇਗਾ। ਕਿੰਨੀ ਖੁਸ਼ੀ ਦੀ ਗੱਲ ਹੋਏਗੀ ਕਿ ਮੈਨੂੰ ਇੱਕੋ ਬੰਦੇ ਨੂੰ ਤਨਖਾਹ ਦੇਣੀ ਪਏਗੀ। ਮੇਰਾ ਕਿੰਨਾ ਸਾਰਾ ਧਨ ਬਚ ਜਾਏਗਾ। ਦੂਜੇ ਦਿਨ ਸੂਰਜਭਾਨ ਗੁਰੂ ਜੀ ਦੇ ਆਸ਼ਰਮ ਜਾਂਦਾ ਹੈ। ਗੁਰੂ ਜੀ ਦੀ ਜੈ ਹੋ। ਜਿੰਦਾ ਰਹਿ ਪੁੱਤਰ, ਜਿੰਦਾ ਰਹਿ। ਗੁਰੂ ਜੀ, ਕੀ ਤੁਸੀਂ ਮੈਨੂੰ ਇਹੋ ਜਿਹੀ ਜੜੀ ਬੂਟੀ ਦੇ ਸਕਦੇ ਹੋ ਜਿਹਨੂੰ ਖਾ ਕੇ ਇੱਕ ਆਦਮੀ 100 ਬੰਦਿਆਂ ਦਾ ਕੰਮ ਕਰ ਸਕੇ? ਹਾਂ, ਦੇ ਤਾਂ ਸਕਦਾ ਹਾਂ, ਪਰ ਮੈਨੂੰ ਦੱਸ ਤੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੁੰਦਾ ਹੈ? ਮੈਂ ਸਿਰਫ ਇੱਕ ਹੀ ਨੌਕਰ ਨੂੰ ਰੱਖਾਂਗਾ, ਬਾਕੀ ਸਾਰੇ ਨੌਕਰਾਂ ਨੂੰ ਨੌਕਰੀ ਤੋਂ ਕੱਢ ਦਾਂਗਾ। ਸਾਰੇ ਨੌਕਰਾਂ ਦੀ ਢੇਰ ਸਾਰੀ ਤਨਖਾਹ ਬਚਾ ਕਰ ਮੈਂ ਆਪਣੀ ਤਿਜੋਰੀ ਵਿੱਚ ਰੱਖਾਂਗਾ। ਮਗਰ ਭਗਤੇ ਦੇਖ, ਇੰਨਾ ਲਾਲਚ ਚੰਗਾ ਨਹੀਂ ਹੁੰਦਾ। ਅੱਛਾ ਹੋਇਆ ਬੁਰਾ, ਤੁਹਾਡਾ ਭਗਤ ਹਾਂ, ਮੈਨੂੰ ਨਾਰਾਜ਼ ਨਾ ਕਰਨਾ। ਠੀਕ ਹੈ, ਜਿਵੇਂ ਤੇਰੀ ਮਰਜ਼ੀ। ਫਿਰ ਗੁਰੂ ਜੀ ਨੇ ਆਪਣੀ ਅੱਖਾਂ ਬੰਦ ਕਰਕੇ ਇੱਕ ਅਦਭੁਤ ਜੜੀ ਬੂਟੀ ਉਤਪੰਨ ਕੀਤੀ ਔਰ ਸੂਰਜਭਾਨ ਨੂੰ ਕਿਹਾ, ਦੇਖ ਭਗਤੇ, ਇਹ ਜੜੀ ਬੂਟੀ ਲੈਣ ਤੋਂ ਪਹਿਲੇ ਤੈਨੂੰ ਉਸ ਆਦਮੀ ਦਾ ਨਾਂ ਦੱਸਣਾ ਪਵੇਗਾ ਜਿਸ ਅਕੇਲੇ ਬੰਦੇ ਨੂੰ ਤੂੰ ਨੌਕਰੀ 'ਚ ਰੱਖਣਾ ਚਾਹੁੰਦਾ ਹੈ। ਮੇਰੇ ਸਾਰੇ ਨੌਕਰਾਂ ਵਿੱਚ ਸਭ ਤੋਂ ਗਿਆਨੀ ਔਰ ਸਭ ਤੋਂ ਜ਼ਿਆਦਾ ਮਿਹਨਤੀ ਤੇ ਵਫਾਦਾਰ ਇੱਕ ਹੀ ਆਦਮੀ ਹੈ ਔਰ ਉਹ ਹੈ ਮੁੰਸ਼ੀ ਜੀ। ਫਿਰ ਸੂਰਜਭਾਨ ਨੇ ਮੁੰਸ਼ੀ ਜੀ ਨੂੰ ਬੁਲਾ ਕੇ ਕਿਹਾ, ਮੁੰਸ਼ੀ ਜੀ,
ਅਗਰ ਮੈਂ ਤੁਹਾਨੂੰ ਨੌਕਰੀ ਤੋਂ ਕੱਢ ਦਵਾਂ ਤੇ ਨਹੀਂ ਨਹੀਂ ਸਰਕਾਰ, ਐਦਾਂ ਦਾ ਜ਼ੁਲਮ ਨਾ ਕਰਨਾ। ਮੈਂ ਆਪਣੇ ਪਰਿਵਾਰ ਨੂੰ ਭੁੱਖਾ ਮਰਦਾ ਨਹੀਂ ਦੇਖ ਸਕਦਾ ਤੇ ਮੈਂ ਜਿੱਦਾਂ ਕਵਾਂ ਤੁਹਾਨੂੰ ਉਦਾਂ ਹੀ ਕਰਨਾ ਹੋਏਗਾ। ਫਿਰ ਸੂਰਜਭਾਨ ਨੇ ਸਾਰੇ ਨੌਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਮੁੰਸ਼ੀ ਜੀ ਨੇ ਗੁਰੂ ਜੀ ਦੀ ਦਿੱਤੀ ਹੋਈ ਜੜੀ ਬੂਟੀ ਖਾਣ ਤੇ ਬਾਅਦ 100 ਬੰਦਿਆਂ ਦਾ ਕੰਮ ਇਕੱਲੇ ਕਰਦੇ ਪਏ। ਹੁਣ ਮੁੰਸ਼ੀ ਜੀ ਆਪਣੇ ਪਰਿਵਾਰ ਦੇ ਲਈ ਵੀ ਸਮੇਂ ਨਹੀਂ ਮਿਲਦਾ, ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ। और सूरजपान सारे नौकरां दी तनख्वाह बचाने तो बहुत ही खुश होता है। एक दिन बड़ा परेशान होकर मुंशी जी गुरु जी दे शरण विच जांदे ने। गुरु जी मैनू बचाओ, मैनू तुहाडी मदद दी जरूरत है। तुहाडा लालची भगत सारे नौकरां नूं छुट्टी देकर मेरे कोलों सारा काम करवांदा है। मैनू बचा लीजिए गुरु जी, मैनू बचा लीजिए। गुरु जी नूं मुंशी जी ते बड़ा तरस आ जांदा है। फिर अपने प्रिय और लालची शिष्य सूरजपान नूं समझाण दे लई मुंशी जी ਨੂੰ ਇੱਕ ਤਰਕੀਬ ਦੱਸੀ। ਫਿਰ ਸੂਰਜਪਾਨ ਦੇ ਘਰ ਜਾकर ਮੁੰਸ਼ੀ ਜੀ ਨੇ ਵੀ ਠੀਕ ਉਸ ਤਰ੍ਹਾਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ। ਅੱਜ ਤੋਂ ਮੈਂ ਤੁਹਾਡੀ ਨੌਕਰੀ ਛੱਡ ਰਿਹਾ ਸੇਠ ਜੀ, ਮੈਨੂੰ ਤੁਹਾਡੇ ਤੋਂ ਵੀ ਚੰਗੀ ਨੌਕਰੀ ਮਿਲ ਗਈ ਹੈ। ਹੁਣ ਸੂਰਜਪਾਨ ਦੇ ਕੋਲ ਇੱਕ ਵੀ ਨੌਕਰ ਨਹੀਂ ਹੈਗਾ। ਨੌਕਰ ਨਾ ਹੋਣ ਦੇ ਕਾਰਨ ਸੂਰਜਪਾਨ ਬੜਾ ਹੀ ਪਰੇਸ਼ਾਨ ਹੋ ਜਾਂਦਾ ਹੈਗਾ। ਤਾਂ ਫਿਰ ਉਹ ਗੁਰੂ ਜੀ ਦੇ ਕੋਲ ਜਾਂਦਾ ਹੈਗਾ। ਗੁਰੂ ਜੀ, ਜਦੋਂ ਜਦੋਂ ਮੇਰੇ ਤੇ ਮੁਸੀਬਤ ਆਈ ਹੈ ਉਦੋਂ ਤੁਸੀਂ ਮੇਰੀ ਮਦਦ ਕੀਤੀ ਹੈ। ਇਸ ਘੜੀ ਵੀ ਤੁਸੀਂ ਮੇਰੀ ਮਦਦ ਕਰੋ ਗੁਰੂ ਜੀ। ਤੂੰ ਇੰਨਾ ਪਰੇਸ਼ਾਨ ਕਿਉਂ ਹੈਗਾ? ਕੀ ਹੋਇਆ ਭਗਤ? ਫਿਰ ਸੂਰਜਬਾਨ ਸਾਰੇ ਨੌਕਰਾਂ ਨੂੰ ਕੱਢਣ ਤੇ ਲੈ ਕੇ ਮੁੰਸ਼ੀ ਜੀ ਦੀ ਨੌਕਰੀ ਛੱਡਣ ਦੀ ਗੱਲ ਦੱਸਦਾ ਹੈਗਾ। ਫਿਰ ਗੁਰੂ ਜੀ ਤੋਂ ਇੱਕ ਨਿਵੇਦਨ ਕਰਦਾ ਹੈਗਾ। ਗੁਰੂ ਜੀ, ਕੀ ਤੁਸੀਂ ਮੈਨੂੰ ਕੋਈ ਦਿਵਯ ਸ਼ਕਤੀ ਦੇ ਸਕਦੇ ਹੋ ਜਿਹਦੇ ਨਾਲ ਮੇਰਾ ਸਾਰਾ ਕੰਮ ਚੁਟਕੀਆਂ 'ਚ ਹੋ ਜਾਏ, ਨੌਕਰ ਵੀ ਨਾ ਰੱਖਣਾ ਪਵੇ ਤੇ ਸਾਰਾ ਕੰਮ ਆਸਾਨੀ ਨਾਲ ਹੋ ਜਾਏ ਔਰ ਮੇਰਾ ਢੇਰ ਸਾਰਾ ਪੈਸਾ ਬਚ ਜਾਏ? ऐसा किवें हो सकता है भक्ते? क्यों नहीं हो सकता गुरु जी? मैं अलादीन ते जिन्नी दी कहानी सुनी है, जिदे च अलादीन दे कहण नाल जिन्नी सारा काम चुटकियां विच कर दिंदा सी और अलादीन जिन्नी नूं तनख्वाह भी नहीं दिंदा सी। तो तैनू जिन्नी चाहिदा है? जी गुरु जी। मैं तैनू जिन्नी तो दे सकदा हां, पर ओदे च काफी खतरा हो सकदा हैगा। मैं कोई भी खतरे दा सामना करन लई तैयार हां। ठीक है, तां जिन्नी नूं पाने दी 2 शर्तां भी सुन ले। पहली शर्त, एक बार जिन्नी नूं ले जाने दे बाद तू ओनू मेरे पास वापस नहीं ला सकदा। और दूसरी शर्त यह हैगी कि सूरज उगण तो लेकर सूरज डूबने तक जिन्नी नूं काम देना ही पवेगा। तू ओनू फ्री नहीं रख सकदा। अगर तू ओनू काम नहीं दे पाया तो ओ तैनू खा जावेगा। गुरु जी दी दोनों शर्तां सुनकर सूरजपान ने सोचा। गुरु जी दी दोनों शर्तां बड़ी आसान है। पहली शर्त विच मैं गुरु जी नूं जिन्नी वापस नहीं दे सकदा, तो जिन्नी नूं वापस भी देना कौन चाहता है? ते दूसरी शर्त, सूरज उगन तो सूरज ढलन तक जिन्नी नूं काम देना पेगा, नहीं तो मैनू खा जाएगा। पर मेरे कोल इन्ना सारा काम है कि काम कर करके जिन्नी भी थक जाएगा, फिर मैनू खान दा ते सवाल ही पैदा नहीं हुंदा। तुहाडी दोनों शर्तां मैनू मंजूर है। तथास्तु। गुरु जी दे तथास्तु बोलते ही जिन्नी प्रकट हो गया। हुक्म मेरे आका। जिन्नी, ਅੱਜ ਤੋਂ ਤੂੰ ਇਸ ਦਾ ਗੁਲਾਮ ਹੈਗਾ। ਇਹਦੇ ਹੁਕਮ ਦਾ ਪਾਲਨ ਕਰਨਾ ਤੇਰਾ ਫਰਜ਼ ਹੋਵੇਗਾ। ਬਦਲੇ 'ਚ ਇਹਨੂੰ ਦੋਨੋਂ ਸ਼ਰਤਾਂ ਇਹਨੂੰ ਮਨਜ਼ੂਰ ਹੈਗੀ। ਜੀ ਗੁਰੂ ਜੀ। ਹੁਕਮ ਮੇਰੇ ਆਕਾ। ਜਿਨੀ, ਤੂੰ ਮੈਨੂੰ ਆਪਣੇ ਕੰਧਿਆਂ ਤੇ ਬਿਠਾ ਕਰ ਮੇਰੇ ਘਰ ਲੈ ਚੱਲ। ਜੀ ਮੇਰੇ ਆਕਾ। ਜਿਨੀ ਸੂਰਜਪਾਨ ਨੂੰ ਆਪਣੇ ਪੀਠ 'ਚ ਬਿਠਾ ਕਰ ਹਵਾ 'ਚ ਉੜਦੇ ਹੋਏ ਪਹਾੜ, ਨਦੀ, ਜੰਗਲ ਦੀ ਸੈਰ ਕਰਾਉਂਦੇ ਹੋਏ ਪਿੰਡ 'ਚ ਲਿਆਂਦਾ ਹੈ। और अपने घर आंदे ही सूरजपान ने माया नू जिनी और गुरु जी दी दोनों शर्तां बारे च दस दिता। अज ता सूरज टल गया। मेरे मालिक, शाम हो गई है, इसलिए मैं सोन चलिया वा। कल सूरज उगदे ही मैं आ जावांगा। काम तैयार रखना, वरना मैं तुहानू खा जावांगा। ਸੁਣਦੇ ਹੋ ਜੀ, ਮੈਨੂੰ ਤੁਹਾਡੀ ਬਹੁਤ ਚਿੰਤਾ ਹੁੰਦੀ ਪਈ ਹੈ। ਜੇ ਤੁਸੀਂ ਜਿੰਨੀ ਨੂੰ ਕੰਮ ਨਹੀਂ ਦਿੱਤਾ ਉਹ ਤੁਹਾਨੂੰ ਖਾ ਜਾਊਗਾ। ਜਿਨੀ ਨੂੰ ਦੇਣ ਲਈ ਮੇਰੇ ਕੋਲ ਬਹੁਤ ਕੰਮ ਹੈ। ਤੁਸੀਂ ਫਿਕਰ ਨਾ ਕਰੋ ਔਰ ਆਰਾਮ ਨਾਲ ਸੋ ਜਾਓ। ਦੂਜੇ ਦਿਨ ਸੂਰਜ ਉਗਦੇ ਹੀ ਜਿੰਨੀ ਪ੍ਰਕਟ ਹੋ ਜਾਂਦਾ ਹੈਗਾ। ਹੁਕਮ ਮੇਰੇ ਆਕਾ। ਜਿਨੀ, ਮੇਰੇ ਬੰਗਲੇ ਦੀ ਸਾਫ਼ ਸਫਾਈ ਕਰ ਦੋ। ਜਿੰਨੀ ਥੋੜੇ ਦੇਰ 'ਚ ਹੀ ਬੰਗਲੇ ਦੀ ਪੂਰੀ ਸਫਾਈ ਕਰ ਦਿੰਦਾ ਹੈਗਾ। हुक्म मेरे आका। बंगले दी सफाई हो गई? जी मेरे आका। इन्नी छेती? जी मेरे आका। हुण छेती ना मैनू दूजा काम दो। हाँ क्यों नहीं, हुण तुसी साडा खाना पका दो। जी मेरे आका।
थोड़ी देर ही चीनी खाना भी पका देता हैगा और फिर सूरजपान के सामने आ जाता हैगा। हुक्म मेरे आका। अरे भाई तू ते बड़ी छेती छेती काम करदा है। जी मेरे आका, हुण छेती नाल मैनू दूजा काम दो वरना मैं तुहानू खा जावांगा। जिन्नी हर काम फटाफट कर देंदा हैगा। जिन्नी दी कम दी रफ्तार वेख कर सूरजपान सोच च पै जांदा हैगा। मैनू छेती छेती काम दो मालिक, वरना मैं तुहानू खा जावांगा। ना ना मैनू ना खाना, मैं तेनू काम दे रहा वां। फिर सूरजपान ने जिन्नी नू कम दिता और उसने अपने खेतां विच हल चलाउण नू कह दिता ते कुछ खेतां विच कुटाई करन नू कहता। जिन्नी अपनी मायावी शक्ति दे नाल तेजी दे नाल काम करदा हैगा। हुण सूरज टल गया हैगा। एक बारी फिर सूरजपान दे सामने जिन्नी हुंदा हैगा। मालक हुण मेरे सोन दा वक्त हो गया है, कल सवेरे फिर आवांगा। मेरे लिए काम तैयार रखना वरना मैं तुहानू खा जावांगा। सूरजपान नू चिंतित वेख माया पुछदी हैगी। ਕੀ ਗੱਲ ਹੈ ਜੀ, ਤੁਸੀਂ ਕਾਫੀ ਪਰੇਸ਼ਾਨ ਲੱਗ ਰਹੇ ਹੋ। ਮੈਨੂੰ ਏਦਾਂ ਲੱਗ ਰਿਹਾ ਹੈ ਕਿ ਨੌਕਰਾਂ ਦੀ ਤਨਖਾਹ ਬਚਾਉਣ ਦੇ ਚੱਕਰ 'ਚ ਜਿਨੀ ਨੂੰ ਇੱਥੇ ਲਿਆ ਕੇ ਮੈਂ ਬੜੀ ਵੱਡੀ ਗਲਤੀ ਕਰ ਦਿੱਤੀ। ਜਿਨੀ ਨੇ ਤੇ 2-3 ਮਹੀਨਿਆਂ ਦਾ ਕੰਮ ਇੱਕ ਦਿਨ 'ਚ ਕਰ ਦਿੱਤਾ ਹੈ। ਹੁਣ ਕੀ ਕਰਾਂ ਸਮਝ ਨਹੀਂ ਆ ਰਿਹਾ। ਅਜਿਹੇ ਸਮੇਂ ਵਿੱਚ ਤੁਹਾਡੇ ਵਫਾਦਾਰ ਮੁੰਸ਼ੀ ਜੀ ਇੱਥੇ ਹੁੰਦੇ ਤੇ ਕਿੰਨਾ ਵਧੀਆ ਹੁੰਦਾ। ਹਾਂ ਪਰ ਕੀ ਕਰਾਂ, ਮੈਂ ਤੇ ਉਹਨਾਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ। ਹੁਣ ਅਗਰ ਮੈਂ ਕੱਲ ਜਿਨੀ ਨੂੰ ਕੰਮ ਨਹੀਂ ਦਿੱਤਾ ਤੇ ਜਿਨੀ ਮੈਨੂੰ ਖਾ ਜਾਏਗਾ। ਫੇਰ ਤਾਂ ਤੁਹਾਨੂੰ ਗੁਰੂ ਜੀ ਦੇ ਕੋਲ ਅਵශ්य ਜਾਣਾ ਚਾਹੀਦਾ ਹੈ, ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। सवेरे सूरज उगते ही जिन्नी नू कम देना पवेगा और अगर कम नहीं दिता तो जिन्नी सूरजपान नू खा जावेगा। सूरजपान दे कोल सिर्फ आज राती दा ही वक्त हैगा, इस करके वो राती ही गुरु जी दे कोल जाने नू चल पैंदा हैगा। राती आश्रम ते आण दे कारण गुरु जी ने पुछया, की बात है भक्ते, तू इस वेले इत्थे? गुरु जी दे पुछण तो सूरजपान अपनी कहानी सुनांदा हैगा। सारे नौकरां नू कड्डण दे बाद जिन्नी दी कम दी रफ्तार और अपनी मौत दे कारण सूरजपान काफी घबरा जांदा हैगा। ਉਹ ਗੁਰੂ ਜੀ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈਗਾ। ਕਾਫੀ ਮਿਹਨਤਾਂ ਦੇ ਬਾਅਦ ਗੁਰੂ ਜੀ ਜਿੰਨੀ ਤੋਂ ਬਚਣ ਦੇ ਲਈ ਸੂਰਜਪਾਨ ਨੂੰ ਇੱਕ ਰਸਤਾ ਵਿਖਾਉਂਦੇ ਹਨ। ਅਗਰ ਤੈਨੂੰ ਜਿੰਨੀ ਤੋਂ ਬਚਣਾ ਹੈਗਾ ਤੇ ਤੈਨੂੰ ਸਭ ਤੋਂ ਵਫਾਦਾਰ ਨੌਕਰ ਨੂੰ ਫੌਰਨ ਨੌਕਰੀ ਤੇ ਲੈਣਾ ਪਵੇਗਾ। ਜੀ ਗੁਰੂ ਜੀ। और वो जो भी मशवरा दे उस ते तेनू अमल करना पवेगा। ओदा दिया हुआ मशवरा ही तेरी जान नू बचा सकता हैगा। मुंशी जी ही मेरे वफादार नौकर है गुरु जी, मैं हुणे ही उन्हां कोल जाना वा। गुरु जी नू प्रणाम करन ते बाद सूरजपान मुंशी दे करके होर चल पैंदा हैगा। मालिक तुसी और इस वक्त इत्थे? हाँ मैं ਤੁਹਾਨੂੰ ਆਪਣੇ ਇੱਥੇ ਨੌਕਰੀ ਤੇ ਵਾਪਸ ਰੱਖਣ ਲਈ ਆਇਆ ਵਾਂ। ਮਾਫ ਕਰਨਾ ਮਾਲਿਕ, ਮੈਂ ਤੁਹਾਡੇ ਨਾਲ ਨੌਕਰੀ ਨਹੀਂ ਕਰ ਸਕਦਾ। ਮਗਰ ਕਿਉਂ? ਜਦ ਤੱਕ ਤੁਸੀਂ ਉਹ 100 ਨੌਕਰ ਜਿਨ੍ਹਾਂ ਨੂੰ ਆਪਣੀ ਨੌਕਰੀ ਤੋਂ ਕੱਢ ਦਿੱਤਾ ਹੈ ਉਹਨਾਂ ਨੂੰ ਨੌਕਰੀ ਤੇ ਵਾਪਸ ਨਹੀਂ ਰੱਖਦੇ, ਉਦੋਂ ਤੱਕ ਮੈਂ ਨੌਕਰੀ ਤੇ ਵਾਪਸ ਨਹੀਂ ਆਵਾਂਗਾ। ਮੈਨੂੰ ਛੇਤੀ ਨਾਲ ਕੰਮ ਦਿਓ ਵਰਨਾ ਮੈਂ ਤੁਹਾਨੂੰ ਖਾ ਜਾਵਾਂਗਾ। ਸਾਰੇ ਨੌਕਰਾਂ ਨੂੰ ਨੌਕਰੀ ਤੇ ਕੱਢਣ ਦੇ ਬਾਅਦ ਆਪਣੀ ਜਾਨ ਦਾ ਖਤਰਾ ਦੇਖ सूरजपान ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈਗਾ। ਉਹਨੂੰ ਪਤਾ ਚੱਲ ਗਿਆ ਕਿ ਪੈਸਾ ਕਮਾਉਣ ਦੇ ਲਈ ਔਰ ਬਚਾਉਣ ਦੇ ਲਈ ਸ਼ਾਰਟਕਟ ਦਾ ਇਸਤੇਮਾਲ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈਗਾ। ਆਪਣੀ ਗਲਤੀ ਦਾ ਪ੍ਰਾਇਸ਼ਚਿਤ ਕਰਨ ਦੇ ਲਈ सूरजपान ਮੁਨਸ਼ੀ ਜੀ ਦੇ ਕਹਿਣ ਤੇ ਸਾਰੇ ਨੌਕਰਾਂ ਨੂੰ ਨੌਕਰੀ ਤੇ ਰੱਖਣ ਦਾ ਵਾਅਦਾ ਕਰ ਦਿੱਤਾ ਤੇ ਸੂਰਜ ਉੱਗਣ ਤੱਕ ਤੇ ਸੂਰਜ ਢਲਣ ਤੱਕ ਜਿੰਨੀ ਨੂੰ ਕੰਮ ਦੇਣਾ ਪਏਗਾ ਤੇ ਜੇ ਤੁਸੀਂ ਉਹਨੂੰ ਕੰਮ ਨਾ ਦੇ ਪਾਏ ਤੇ ਜਿੰਨੀ ਤੁਹਾਨੂੰ ਖਾ ਜਾਏਗਾ। ਬਸ ਇਹੀ ਗੱਲ ਹੈ ਨਾ। ਹਾਂ ਫਿਰ ਮੁਨਸ਼ੀ ਜੀ ਜਿੰਨੀ ਤੋਂ ਬਚਣ ਦੇ ਲਈ सूरजपान ਨੂੰ ਆਈਡੀਆ ਦੇਣ ਤੋਂ ਤਿਆਰ ਹੋ ਜਾਂਦੇ ਹਨ। ਤੇ ਫਿਰ ਮੈਂ ਬੋਲਾਂ ਉਨਾ ਹੀ ਤੁਸੀਂ ਕਰਦੇ ਜਾਓ ਸੇਠ ਜੀ, ਜਿੰਨੀ ਤੁਹਾਡਾ ਬਾਲ ਵਿਵਾਹ ਨਹੀਂ ਕਰ ਪਾਏਗਾ। ਮਗਰ ਉਹ ਕਿੱਦਾਂ? ਹੁਣੇ ਤੁਸੀਂ ਮੇਰੇ ਟੋਮੀ ਨੂੰ ਨਾਲ ਲੈ ਜਾਓ ਔਰ ਜਦੋਂ ਸਵੇਰੇ ਜਿੰਨੀ ਤੁਹਾਡੇ ਕੋ ਕੰਮ ਮੰਗੇਗਾ ਉਦੋਂ। ਮੁਨਸ਼ੀ ਜੀ सूरजपान ਦੇ ਕਾਨ ਵਿੱਚ ਕੁਝ ਕਹਿੰਦੇ ਨੇ। ਮੁਨਸ਼ੀ ਜੀ ਦੀ ਗੱਲ ਸੁਣ ਕੇ सूरजपान ਦੀ ਜਾਨ ਤੇ ਜਾਨ ਆਂਦੀ ਹੈਗੀ। ਉਹ ਮੁਨਸ਼ੀ ਜੀ ਦੇ ਕੁੱਤੇ ਨੂੰ ਲੈ ਕੇ ਘਰ ਦੀ ओर ਚੱਲ ਪੈਂਦਾ ਹੈਗਾ। ਗੁੱਡ ਮਾਰਨਿੰਗ ਮੇਰੇ ਆਕਾ, ਮੈਨੂੰ ਛੇਤੀ ਨਾ ਕੰਮ ਦੋ ਵਰਨਾ ਮੈਂ ਤੁਹਾਨੂੰ ਖਾ ਜਾਵਾਂਗਾ। ਹੜਵਾ ਸਮਝ ਰੱਖਿਆ ਹੈ ਕਿ ਜਦੋਂ ਵੇਖੋ ਖਾ ਜਾਵਾਂਗਾ। ਸ਼ਰਤ ਦੇ ਮੁਤਾਬਿਕ ਜਦੋਂ ਤੱਕ ਮੈਂ ਤੈਨੂੰ ਕੰਮ ਦਵਾਂਗਾ ਉਦੋਂ ਤੱਕ ਤੂੰ ਮੈਨੂੰ ਖਾ ਨਹੀਂ ਸਕਦਾ। ਠੀਕ ਫਰਮਾਇਆ ਮਾਲਕ। ਤੇ ਫਿਰ ਸੁਣ ਲੈ ਜਿਣੀ ਦੇ ਬੱਚੇ, ਤੈਨੂੰ ਇਹ ਕੁੱਤੇ ਦੀ ਦੁਮ ਨੂੰ ਸਿੱਧਾ ਕਰਨਾ ਪਏਗਾ। ਅੱਜ ਤੋਂ ਇਹੋ ਹੀ ਤੇਰਾ ਕੰਮ ਹੈ। ਜਦੋਂ ਤੱਕ ਤੂੰ ਕੁੱਤੇ ਦੀ ਦੁਮ ਨੂੰ ਸਿੱਧਾ ਨਹੀਂ ਕਰ ਪਾਏਗਾ ਉਦੋਂ ਤੱਕ ਤੈਨੂੰ ਇਹੋ ਹੀ ਕੰਮ ਕਰਨਾ ਪਏਗਾ। ਸਮਝ ਗਿਆ? ਜੀ ਮੇਰੇ ਆਕਾ। ਫਿਰ ਕੀ ਸੀ, ਸਾਰਾ ਦਿਨ ਜਿੰਨੀ ਇਹੀ ਕੰਮ ਕਰਦਾ ਰਹਿੰਦਾ ਸੀ।
ਬਸ ਸਵੇਰ ਤੋਂ ਸ਼ਾਮ ਤੱਕ ਕੁੱਤੇ ਦੀ ਦੁਮ ਸਿੱਧੀ ਕਰਦਾ ਰਹਿੰਦਾ ਹੈ। ਪਰ ਕੁੱਤੇ ਦੀ ਦੁਮ ਕਦੀ ਸਿੱਧੀ ਹੋ ਸਕਦੀ ਹੈ? ਹੋਰ ਉੱਥੇ ਸੂਰਜਬਾਨ ਖੁਸ਼ੀ-ਖੁਸ਼ੀ ਆਪਣੇ ਨੌਕਰਾਂ ਦਾ ਕੰਮ ਕਰਵਾ ਕੇ ਉਹਨਾਂ ਨੂੰ ਤਨਖਾਹ ਦਿੰਦਾ ਹੈਗਾ। ਗੁਰੂ ਜੀ ਵੀ ਆਪਣੇ ਭਗਤ ਨੂੰ ਸਹੀ ਰਾਹ ਵਿਖਾ ਕੇ ਕਾਫੀ ਖੁਸ਼ ਸੀਗੇ। ਜੇ ਤੁਹਾਨੂੰ ਸਾਡਾ ਵੀਡੀਓ ਪਸੰਦ ਆਇਆ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਹਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲੀ। ਧੰਨਵਾਦ।